मन्नू साडी दातरी असी मन्नू दे सोए मन्नू ज्यों ज्यों सानू वड्डदा असी दूने चोणे होए। ना साडा निशाना 22 है ना साडा निशाना 24 है। साडा निशाना सिर्फ ते सिर्फ किसानी घोल जितना। ਪੌੜੀਆਂ 'ਚ ਮੰਗ ਪੱਤਰ ਰੀਪ੍ਰੈਜ਼ੈਂਟ ਨਹੀਂ ਇੱਕ ਰੀਪ੍ਰੈਜ਼ੈਂਟ ਨਹੀਂ ਇਹਨਾਂ ਕੋਲ ਨਿਕਲਿਆ ਹੱਲੇ ਵੀ ਕਰ ਰਿਹਾ ਪੰਜਾਬ ਸਰਕਾਰ। ਸੋ ਯੂਥ ਅਕਾਲੀ ਦਲ ਜਿਹੜਾ ਮੰਗ ਪੱਤਰ ਦੇਣ ਦੇ ਲਈ ਡੀਸੀ ਆਫਿਸ ਪਹੁੰਚੇ ਸੀਗੇ ਤੇ ਹੁਣ ਡੀਸੀ ਆਫਿਸ ਦੇ ਵੱਲੋਂ ਗੇਟ ਲਗਾ ਲਿਆ ਗਿਆ ਹੈ ਤੇ ਗੇਟ ਲਗਾ ਕੇ ਜਿਹੜਾ ਆ ਵਾਪਸ ਭੇਜ ਦਿੱਤਾ। ਅੱਜ ਮਾੜੇ ਕਿੱਦਾਂ ਹੋ ਗਏ? ਅੱਜ ਮਾੜੇ ਇਸ ਕਰਕੇ ਹੋਏ ਅਸੀਂ ਆਪਣੇ ਹੱਕ ਮੰਗਦੇ। ਕਿਉਂ ਹੱਕ ਮੰਗਣਾ ਮਾੜੀ ਗੱਲ? ਅਸੀਂ ਕਹਿੰਦੇ ਵੀ ਜੇ ਬਿੱਲ ਕਹਿੰਦੇ ਵੀ ਵੈਲਫੇਅਰ ਵਾਸਤੇ ਆ ਫਿਰ ਅਮੈਂਡਮੈਂਟ ਕਿਉਂ? ਐਨਆਈਏ ਦੇ ਵਿਰੁੱਧ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਨੋਟਿਸ ਪਹੁੰਚ ਰਹੇ ਨੇ, ਲੇਕਿਨ ਜਿਹੜੇ ਨੋਟਿਸ ਪਹੁੰਚਣ ਤੋਂ ਬਾਅਦ ਵੀ ਜਿਹੜਾ ਹੈ ਉਹਨਾਂ ਨੂੰ ਜਥੇਬੰਦੀਆਂ ਨੇ ਕਿਹਾ ਸੀ ਵੀ ਪੇਸ਼ ਨਾ ਹੋਇਓ। ਤੋਮਰ ਸਾਹਿਬ ਮੰਨ ਗਏ ਅਸੀਂ ਉਹ ਨੋਟਿਸ ਵਾਪਸ ਲੈਣੇ ਆ ਤੇ ਇਹਦਾ ਮਤਲਬ ਉਹਨਾਂ ਨੇ ਏਜੰਸੀ ਨੇ ਭੇਜੇ। ਜੇ ਤਾਂ ਉੱਦਾਂ ਭੇਜੇ ਹੁੰਦੇ ਤੇ ਏਜੰਸੀ ਨੇ ਆਪਣੇ ਤੌਰ ਤੇ ਭੇਜੇ ਹੁੰਦੇ ਫਿਰ ਤਾਂ ਨਹੀਂ ਉਹਨਾਂ ਨੇ ਕਹਿਣਾ ਸੀ ਵਾਪਸ ਹੋ ਗਏ। ਇਹ ਮਿਲੀ ਭੁਗਤ ਹੈ। 26 ਤਰੀਕ ਨੂੰ ਜਿਹੜੀ ਟਰੈਕਟਰ ਰੈਲੀ ਹੋ ਰਹੀ ਆ, ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਰਾ ਕੁਝ ਛੱਡ ਕੇ ਕਿਸਾਨੀ ਝੰਡਾ ਲੈ ਕੇ ਅਸੀਂ ਉਹਦੇ ਵਿੱਚ ਸ਼ਾਮਲ ਹੋਵਾਂਗੇ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਲਾਮਿਸਾਲ ਇਕੱਠ ਹੋਏਗਾ। ਦੁਨੀਆ ਦਾ ਇਤਿਹਾਸ ਦੇ ਵਿੱਚ ਲਿਖਿਆ ਜਾਣਾ ਸਭ ਤੋਂ ਵੱਡਾ ਇਕੱਠ ਹੋਏਗਾ। ਅਸੀਂ ਇਹ ਲੜਾਈ ਜਿੱਤ ਕੇ ਮੁੜਾਂਗੇ। ਜਦੋਂ ਗੁਜਰਾਤ ਦੇ ਵਿੱਚ ਹੜ੍ਹ ਆਏ, ਜਦੋਂ ਹੋਰ ਕੁਦਰਤੀ ਆਫਤਾਵਾਂ ਉੜੀਸਾ ਦੇ ਵਿੱਚ ਆਈਆਂ ਜਾਂ ਦੇਸ਼ ਦੇ ਵਿੱਚ ਕਿਤੇ ਆਉਂਦੀਆਂ, ਸਾਡੀਆਂ ਖਾਲਸਾ ਕੇ ਏਡ ਵਰਗੀਆਂ ਜਥੇਬੰਦੀਆਂ ਲੰਗਰ ਲਾਉਂਦੀਆਂ ਨੇ, ਉਦੋਂ ਉਹਨਾਂ ਨੂੰ ਕਿਉਂ ਨਹੀਂ ਪੁੱਛਿਆ ਗਿਆ? ਇਹ ਕਿਸਾਨ ਸਾਡੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਕਦੀ ਅੱਤਵਾਦੀ ਕਦੀ ਖਾਲਿਸਤਾਨੀ ਜਾਂ ਹੋਰ ਨਾਅਰੇ ਦੇ ਕੇ ਸੰਬੋਧਨ ਕਰਦੇ ਆ। ਅਸੀਂ ਕੜੇ ਸ਼ਬਦਾਂ 'ਚ ਇਹਨਾਂ ਦੀ ਨਿੰਦਾ ਕਰਦੇ ਹਾਂ ਔਰ ਅਸੀਂ ਐਨਆਈਏ ਦਾ ਇਸ ਸਮੇਂ ਕਹਿਣਾ ਚਾਹੁੰਦੇ ਹਾਂ ਕਿ ਇਹ ਐਨਆਈਏ ਨਹੀਂ MIA ਮੋਦੀ ਇਨਵੈਸਟੀਗੇਸ਼ਨ ਏਜੰਸੀ ਬਣੀ ਹੈ। ਜਿਵੇਂ CBI ਕਾਂਗਰਸ ਦੀ ਏਜੰਸੀ ਕਾਂਗਰਸ ਦੀ ਸ਼ਹਿ ਤੇ ਆਪਣੇ ਕੰਮ ਕਰਦੀ ਸੀ। ਸੋ ਮਾੜਾ ਅਕਸ ਹੋਇਆ ਇਹਦੇ ਨਾਲ। ਅਸੀਂ ਸਮਝਦੇ ਹਾਂ ਸਰਕਾਰ ਦਾ ਚਿਹਰਾ ਨੰਗਾ ਹੋਇਆ। ਟਾਈਮ ਬੜਾ ਲੰਘ ਗਿਆ ਜੀ, ਕੁਝ ਦੁਨੀਆ ਚੇਂਜ ਹੋ ਗਿਆ ਤੇ ਪਹਿਲਾਂ ਹੀ ਅਮੈਂਡਮੈਂਟ ਕਿਉਂ? ਕਿਉਂਕਿ ਇਹ ਇਹਨਾਂ ਦੇ ਦਿਲ 'ਚ ਚੋਰ ਹੈ। ਮੋਦੀ ਸਾਹਿਬ ਦੂਜੇ ਦੀ ਮਨ ਦੀ ਬਾਤ ਨਹੀਂ ਸੁਣਦੇ, ਆਪਣੀ ਸੁਣਾਉਂਦੇ ਆ, ਆਪਣੀ ਨਾ ਸੁਣਨ। ਮੋਦੀ ਸਾਹਿਬ ਇੱਕ ਬੱਚੇ ਦੀ ਜਿੱਦ ਕਰ ਰਹੇ ਆ ਵੀ ਮੈਂ ਨਹੀਂ ਕੈਂਸਲ ਕਰਨੇ, ਮੈਂ ਨਹੀਂ ਕੈਂਸਲ ਕਰਨੇ। ਅਸੀਂ ਉਹਨਾਂ ਨੂੰ ਵੋਟਾਂ ਪਾ ਕੇ ਬਣਾਇਆ। ਰਾਜੇ ਦੇ ਸਾਹਮਣੇ ਪ੍ਰਜਾ ਬੜੀ ਵੱਡੀ ਗੱਲ ਹੁੰਦੀ ਹੈ, ਉਹਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਆ। ਮੈਂ ਕਹਿੰਦਾ ਵੀ ਇਹ ਅੜੀਅਲ ਰਵੱਈਆ ਉਹਨਾਂ ਨੂੰ ਛੱਡ ਕੇ, ਕਿਉਂਕਿ ਇਹਦਾ ਨੁਕਸਾਨ ਹੋ ਸਕਦਾ ਬਹੁਤ ਵੱਡਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ। ਮੈਂ ਹਾਂ ਗੁਰਦੀਪ ਸਿੰਘ ਲੰਮੇ। ਲੁਧਿਆਣਾ ਦੇ ਵਿੱਚ ਯੂਥ ਅਕਾਲੀ ਦਲ ਦੇ ਵੱਲੋਂ ਜਿਹੜਾ ਆ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਐਨਆਈਏ ਦੇ ਖਿਲਾਫ ਔਰ ਕੇਂਦਰ ਸਰਕਾਰ ਦੇ ਖਿਲਾਫ, ਕਿਉਂਕਿ ਐਨਆਈਏ ਦੇ ਵੱਲੋਂ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਨੂੰ ਔਰ ਕਿਸਾਨ ਸਮਰਥਕਾਂ ਨੂੰ ਨੋਟਿਸ ਭੇਜੇ ਜਾ ਰਹੇ ਨੇ, ਜਿਸ ਤੋਂ ਬਾਅਦ ਪੂਰੇ ਦੇਸ਼ ਭਰ ਜੋ ਕਿਸਾਨ ਨੇ, ਕਿਸਾਨ ਜਥੇਬੰਦੀਆਂ ਨੇ ਜਾਂ ਕਿਸਾਨ ਸਮਰਥਕ ਨੇ ਐਨਆਈਏ ਦਾ ਵਿਰੋਧ ਕਰ ਰਹੇ ਨੇ ਔਰ ਕੇਂਦਰ ਸਰਕਾਰ ਦਾ ਵੀ ਵਿਰੋਧ ਲਗਾਤਾਰ ਕਰ ਰਹੇ ਨੇ। ਯੂਥ ਅਕਾਲੀ ਦਲ ਦੇ ਵੱਲੋਂ ਲੁਧਿਆਣੇ ਦੇ ਵਿੱਚ ਵੀ ਜਿਹੜਾ ਆ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਨਰਿੰਦਰ ਮੋਦੀ ਦਾ ਪੁਤਲਾ ਜਿਹੜਾ ਸਾੜਿਆ ਜਾ ਰਿਹਾ ਹੈ ਔਰ ਐਨਆਈਏ ਦੇ ਖਿਲਾਫ ਵੀ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਨੋਟਿਸ ਭੇਜੇ ਜਾ ਰਹੇ ਨੇ ਉਹ ਨੋਟਿਸ ਤੋਂ ਲਗਾਤਾਰ ਜਿਹੜਾ ਆ ਵਿਰੋਧ ਕੀਤਾ ਜਾ ਰਿਹਾ ਐਨਆਈਏ ਦੇ। ਸੋ ਲਗਾਤਾਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਸੋ ਲੁਧਿਆਣੇ ਦੇ ਵਿੱਚ ਵੀ 4 ਲੋਕਾਂ ਨੂੰ ਨੋਟਿਸ ਭੇਜੇ ਗਏ ਸੀ, ਲੁਧਿਆਣੇ ਦੇ ਹੀ ਰਹਿਣ ਵਾਲੇ ਸੀਗੇ ਔਰ ਇਹਨਾਂ ਦੇ ਵਿੱਚ ਜਿਹੜੇ ਹੈ ਮਨੁੱਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਸਿੰਘ ਮਿੰਟੂ ਮਾਲਵਾ ਜਿਹੜੇ ਹੈ ਉਹ ਵੀ ਮੌਜੂਦ ਸੀਗੇ ਔਰ 150 ਤੋਂ ਵੱਧ ਲੋਕਾਂ ਨੂੰ ਜਿਹੜਾ ਨੋਟਿਸ ਹੁਣ ਤੱਕ ਭੇਜੇ ਜਾ ਚੁੱਕੇ ਨੇ। ਸੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ। ਕਾਲੇ ਵਿੱਚ ਹੀ ਵੜ ਜਾਣਾ ਯਾਰ। ਸੋ ਲਗਾਤਾਰ ਪ੍ਰਦਰਸ਼ਨ ਚੱਲ ਰਿਹਾ ਹੈ ਔਰ ਇਸ ਪ੍ਰਦਰਸ਼ਨ ਵਿੱਚ ਯੂਥ ਅਕਾਲੀ ਦਲ ਦੇ ਮੈਂਬਰਸ ਦੇ ਵੱਲੋਂ ਜਿਹੜਾ ਆ ਐਨਆਈਏ ਦੇ ਖਿਲਾਫ ਜਿਹੜਾ ਆ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੋ ਭਾਈ ਲਗਾਤਾਰ ਐਨਆਈਏ ਦੇ ਵੱਲ ਵਿਰੋਧ ਕੀਤਾ ਜਾ ਰਿਹਾ, ਜੋ ਨੋਟਿਸ ਭੇਜੇ ਜਾ ਰਹੇ ਨੇ, ਲੇਕਿਨ ਪੰਜਾਬ ਦੇ ਵਿੱਚ ਜਿਹੜੇ ਨੋਟਿਸ ਪਹੁੰਚ ਰਹੇ ਨੇ ਵੱਖ-ਵੱਖ ਜਥੇਬੰਦੀਆਂ ਨੂੰ ਵੀ ਪਹੁੰਚ ਕੇ ਜਿਹੜੇ ਆਰਗੇਨਾਈਜੇਸ਼ਨ ਸੇਵਾ ਕਰ ਰਹੀ ਸੀਗੀ। ਦੇਖੋ ਜੀ, ਇਹਨਾਂ ਨੋਟਿਸਾਂ ਤੋਂ ਅਸੀਂ ਡਰਨ ਵਾਲੇ ਨਹੀਂ, ਕਿਉਂਕਿ ਮन्नू ਸਾਡੀ ਦਾਤਰੀ ਅਸੀਂ ਮन्नू ਦੇ ਸੋਏ ਮन्नू ਜਿਉਂ ਜਿਉਂ ਸਾਨੂੰ ਵੱਢਦਾ ਅਸੀਂ ਦੂਣੇ ਚੋਣੇ ਹੋਏ। ਮੈਂ ਮੋਦੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਇਹ ਜਥੇਬੰਦੀਆਂ ਸਾਡੀਆਂ, ਜੇ ਅੱਜ ਇਹਨਾਂ ਨੇ ਕਿਸਾਨੀ ਘੋਲ ਦੇ ਵਿੱਚ ਉੱਥੇ ਲੰਗਰ ਦੀਆਂ ਸੇਵਾਵਾਂ ਜਾਂ ਹੋਰ ਸੇਵਾਵਾਂ ਕੀਤੀਆਂ, ਇਹਨਾਂ ਨੂੰ ਨੋਟਿਸ ਭੇਜਿਆ। ਜਦੋਂ ਗੁਜਰਾਤ ਦੇ ਵਿੱਚ ਹੜ੍ਹ ਆਏ, ਜਦੋਂ ਹੋਰ ਕੁਦਰਤੀ ਆਫਤਾਵਾਂ ਉੜੀਸਾ ਦੇ ਵਿੱਚ ਆਈਆਂ ਜਾਂ ਦੇਸ਼ ਦੇ ਵਿੱਚ ਕਿਤੇ ਆਉਂਦੀਆਂ, ਸਾਡੀਆਂ ਖਾਲਸਾ ਕੇ ਏਡ ਵਰਗੀਆਂ ਜਥੇਬੰਦੀਆਂ ਲੰਗਰ ਲਾਉਂਦੀਆਂ ਨੇ, ਉਦੋਂ ਉਹਨਾਂ ਨੂੰ ਕਿਉਂ ਨਹੀਂ ਪੁੱਛਿਆ ਗਿਆ? ਅੱਜ ਕਿਉਂ ਪੁੱਛਿਆ ਗਿਆ ਜਦੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਿਹਾ? ਇਸ ਕਰਕੇ ਨਿਸ਼ਚੈ ਕਰ ਆਪਣੀ ਜੀਤ ਕਰੋ। ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸਾਡੇ ਪੂਰੀ ਦੇਸ਼ ਦਾ ਕਿਸਾਨ ਉੱਥੇ ਜਿਹੜਾ ਬੈਠਾ ਵਾ, ਅਸੀਂ ਵੱਡੀ ਗਿਣਤੀ ਦੇ ਵਿੱਚ ਨਾ ਕੇਵਲ
ਉਸ ਲੜਾਈ ਨੂੰ ਪੂਰੇ ਤਰੀਕੇ ਨਾਲ ਲੜਾਂਗੇ, ਬਲਕਿ ਵਧੀਆ ਢੰਗ ਨਾਲ ਜਿੱਤ ਕੇ ਵਾਪਸ ਆਪੋ ਆਪਣੇ ਘਰਾਂ 'ਚ ਪਰਤਾਂਗੇ। ਕਿਉਂਕਿ ਜਦੋਂ ਕੋਈ ਵਿਰੋਧ ਕਰਦਾ ਤਾਂ ਉਹ ਲੋਕ ਜਿਹੜੇ ਨੇ ਮੀਡੀਆ ਅਦਾਰੇ ਅਜਿਹੇ ਨੇ ਜਿਹੜੇ ਦੇਸ਼ ਧਰੋਹੀ ਕਹਿੰਦੇ ਲੋਕਾਂ ਨੂੰ ਵਿਰੋਧ ਕਰਨ ਵਾਲਿਆਂ ਨੂੰ। ਇਹ ਬਹੁਤ ਮਾੜੀ ਗੱਲ ਹੈ ਜੀ। ਅਸੀਂ ਸਮਝਦੇ ਹਾਂ ਜਿਹੜੇ ਮੀਡੀਆ ਹਾਊਸਸ ਨੇ ਇਹ ਕਾਰਪੋਰੇਟ ਘਰਾਣਿਆਂ ਨੇ, ਇਹਨਾਂ ਨੇ ਪੈਦਾ ਕੀਤੇ ਹੋਏ ਨੇ। ਜਿਹੜੇ ਵੱਡੇ ਵੱਡੇ ਮੀਡੀਆ ਹਾਊਸਸ ਨੇ ਉਹਨਾਂ ਨੂੰ ਇਦਾਂ ਦਾ ਨਹੀਂ ਕਰਨਾ ਚਾਹੀਦਾ। ਲੋਕਤੰਤਰ ਦਾ ਚੌਥਾ ਸਤੰਭ ਮੰਨਿਆ ਗਿਆ ਮੀਡੀਆ ਨੂੰ, ਤੇ ਬਿਲਕੁਲ ਬੜੀ ਸ਼ਰਮ ਵਾਲੀ ਗੱਲ ਹੈ ਜਿਹੜੇ ਇਹ ਕਿਸਾਨ ਸਾਡੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਕਦੀ ਅੱਤਵਾਦੀ, ਕਦੀ ਖਾਲਿਸਤਾਨੀ ਜਾਂ ਹੋਰ ਨਾਅਰੇ ਦੇ ਕੇ ਸੰਬੋਧਨ ਕਰਦੇ ਆ। ਅਸੀਂ ਕੜੇ ਸ਼ਬਦਾਂ 'ਚ ਇਹਨਾਂ ਦੀ ਨਿੰਦਾ ਕਰਦੇ ਹਾਂ ਔਰ ਅਸੀਂ NIA ਦਾ ਇਸ ਸਮੇਂ ਕਹਿਣਾ ਚਾਹੁੰਦੇ ਹਾਂ ਕਿ ਇਹ NIA ਨਹੀਂ, MIA ਮੋਦੀ ਇਨਵੈਸਟੀਗੇਸ਼ਨ ਏਜੰਸੀ ਬਣੀ ਹੈ। ਜਿਵੇਂ CBI ਕਾਂਗਰਸ ਦੀ ਏਜੰਸੀ ਕਾਂਗਰਸ ਦੀ ਸ਼ਹਿ ਤੇ ਆਪਣੇ ਕੰਮ ਕਰਦੀ ਸੀ। ਸੋ ਮਾੜਾ ਅਕਸ ਹੋਇਆ ਇਹਦੇ ਨਾਲ। ਅਸੀਂ ਸਮਝਦੇ ਹਾਂ ਸਰਕਾਰ ਦਾ ਚਿਹਰਾ ਨੰਗਾ ਹੋਇਆ। ਬਹੁਤ ਧੰਨਵਾਦ। ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗੋਸ਼ਾ ਜੀ NIA ਦੇ ਵਿਰੁੱਧ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਨੋਟਿਸ ਪਹੁੰਚ ਰਹੇ ਨੇ, ਲੇਕਿਨ ਜਿਹੜੇ ਨੋਟਿਸ ਪਹੁੰਚਣ ਤੋਂ ਬਾਅਦ ਵੀ ਜਿਹੜਾ ਹੈ ਉਹਨਾਂ ਨੂੰ ਜਥੇਬੰਦੀਆਂ ਨੇ ਕਿਹਾ ਸੀ ਵੀ ਪੇਸ਼ ਨਾ ਹੋਇਓ। ਤਾਂ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ, ਮੈਂ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਹੱਥਾਂ 'ਚ ਖਿਡਾ ਰਹੀ ਹੈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ। ਇਹਨਾਂ ਦੀ ਕ੍ਰੈਡੀਬਿਲਿਟੀ ਤੇ ਸ਼ੱਕ ਪੈ ਰਿਹਾ। ਜਿਹੜੀਆਂ ਏਜੰਸੀਆਂ ਹੁੰਦੀਆਂ ਲੋਕਾਂ ਨੂੰ ਉਮੀਦ ਹੁੰਦੀ ਹੈ ਏਜੰਸੀਆਂ 'ਚ ਸਾਨੂੰ ਇਨਸਾਫ ਮਿਲੂਗਾ। ਜੇ ਉਹ ਏਜੰਸੀਆਂ ਹੀ ਸਰਕਾਰਾਂ ਦੇ ਹੱਥ 'ਚ ਖੇਡਣਗੀਆਂ ਤੇ ਫਿਰ ਇਨਸਾਫ ਲੈਣ ਲਈ ਜਾਊਗਾ ਕਿਤੋਂ? ਤੇ ਮੈਂ ਸਮਝਦਾ ਇਸ ਤੋਂ ਘਟੀਆ ਗੱਲ ਨਹੀਂ ਹੋ ਸਕਦੀ। ਕੱਲ ਤੋਮਰ ਸਾਹਿਬ ਆਪ ਮੰਨ ਗਏ ਆ, ਤੋਮਰ ਸਾਹਿਬ ਮੰਨ ਗਏ ਅਸੀਂ ਉਹ ਨੋਟਿਸ ਵਾਪਸ ਲੈਣੇ ਆ। ਤੇ ਇਹਦਾ ਮਤਲਬ ਉਹਨਾਂ ਨੇ ਏਜੰਸੀ ਨੇ ਭੇਜੇ, ਜੇ ਤਾਂ ਉੱਦਾਂ ਭੇਜੇ ਹੁੰਦੇ ਤੇ ਏਜੰਸੀ ਨੇ ਆਪਣੇ ਤੌਰ ਤੇ ਭੇਜੇ ਹੁੰਦੇ ਫਿਰ ਤਾਂ ਨਹੀਂ ਉਹਨਾਂ ਨੇ ਕਹਿਣਾ ਸੀ ਵਾਪਸ ਹੋ ਗਏ। ਇਹ ਮਿਲੀ ਭੁਗਤ ਹੈ ਤੇ ਅੱਜ ਸਰਕਾਰ ਕੱਲ 1.5 ਸਾਲ ਵਾਸਤੇ ਕਹਿੰਦੇ ਵੀ 1.5 ਸਾਲ ਵਾਸਤੇ ਰੱਦ ਕਰਨ ਨੂੰ ਅਸੀਂ ਝੁਕ ਗਈ ਆ ਤੇ ਸਰਕਾਰ ਦਾ ਪਹਿਲਾ ਪੜਾਅ ਝੁਕ ਗਿਆ। ਇੱਕ ਬੋੜੀ ਅਸੀਂ ਚੜ ਗਏ ਤੇ ਆਉਣ ਵਾਲੇ ਟਾਈਮ 'ਚ ਕਿਸਾਨਾਂ ਦੀ ਏਕਤਾ ਨੇ ਅੱਜ ਸਾਰੀ ਦੁਨੀਆ ਜਗਾਤੀ ਤੇ ਮੈਂ ਸਮਝਦਾ ਇਸ ਤੋਂ ਵਧੀਆ ਗੱਲ ਨਹੀਂ ਹੋ ਸਕਦੀ। 150 ਜਣਾਂ ਤੋਂ ਵੱਧ ਨੋਟਿਸ ਮਿਲੇ ਸੀਗੇ NIA ਦੇ, ਤੇ ਹੁਣ ਲੁਧਿਆਣੇ ਦੀ ਗੱਲ ਕਰੀਏ 4 ਜਣੇ ਨੋਟਿਸ ਮਿਲੇ ਸੀਗੇ। ਉਹਨਾਂ ਵਿੱਚੋਂ ਮਨੁੱਖਤਾ ਸੇਵਾ ਵਾਲੇ ਮਿੰਟੂ ਮਾਲਵਾ ਜਿਹੜੇ ਉਹ ਵੀ ਮੌਜੂਦ ਸੀਗੇ। ਬੜੀ ਵਧੀਆ ਸੇਵਾ ਕਰਦੇ ਜੀ। ਮੈਂ ਉਹਨਾਂ ਨੂੰ ਪਰਸਨਲੀ ਜਾਣਦਾ, ਮਿੰਟੂ ਬਾਈ ਨੂੰ। ਅਸੀਂ ਜਾਂਦੇ ਰਹੇ, ਜਦੋਂ ਵੀ ਅਸੀਂ ਲੰਗਰ ਦੀ ਸੇਵਾ ਕਰਨ ਜਾਂਦੇ ਆ ਉਹਨਾਂ ਨੂੰ ਮਿਲ ਕੇ ਆਉਂਦੇ ਆ, ਆਉਂਦੇ ਜਾਂਦੇ ਰਾਤ ਕਈ ਵਾਰ ਰਹਿੰਦੇ ਵੀ ਉਹਨਾਂ ਕੋਲ। ਤੇ ਉਹ ਤਾਂ ਬੰਦਾ ਮਨੁੱਖਤਾ ਦੀ ਸੇਵਾ ਕਰ ਰਿਹਾ ਜਿਨ੍ਹਾਂ ਨੂੰ ਤਾਂ ਅਵਾਰਡ ਮਿਲਣੇ ਚਾਹੀਦੇ ਆ। ਪੀਸ ਦਾ ਅਵਾਰਡ ਮਿਲਣਾ ਚਾਹੀਦਾ, ਸੇਵਾ ਦਾ ਅਵਾਰਡ ਮਿਲਣਾ ਚਾਹੀਦਾ। ਉੱਦਾਂ ਤਾਂ ਇਦਾਂ ਗੱਲ ਕਰਕੇ ਹੁਣ ਜਦੋਂ ਤਾਂ ਆਪਦਾ ਆਉਂਦੀ ਬਾਹਰ ਦੇ ਵਿੱਚ ਉਦੋਂ ਸਾਨੂੰ ਯਾਦ ਕਰ ਲੈਂਦੇ ਵੀ ਇਹ ਬਾਹਰ ਫੋਰਨ 'ਚ ਆਪਦਾ ਆ ਗਈ, ਗੁਜਰਾਤ 'ਚ ਆਪਦਾ ਆ ਗਈ। ਤੁਹਾਨੂੰ ਯਾਦ ਹੋਣਾ ਗੁਜਰਾਤ 'ਚ ਭੁਚਾਲ ਆਇਆ ਸੀ, ਅਸੀਂ ਸਾਰੇ ਚਲੇ ਗਏ ਸੀ। ਅੱਜ ਮਾੜੇ ਕਿੱਦਾਂ ਹੋ ਗਏ? ਅੱਜ ਮਾੜੇ ਇਸ ਕਰਕੇ ਹੋ ਗਏ ਅਸੀਂ ਆਪਣੇ ਹੱਕ ਮੰਗਦੇ। ਕਿਉਂ ਹੱਕ ਮੰਗਣਾ ਮਾੜੀ ਗੱਲ? ਅਸੀਂ ਕਹਿੰਦੇ ਵੀ ਜੇ ਬਿੱਲ ਕਹਿੰਦੇ ਵੀ ਵੈਲਫੇਅਰ ਵਾਸਤੇ ਆ ਫਿਰ ਅਮੈਂਡਮੈਂਟ ਕਿਉਂ? ਜੇ ਵੈਲਫੇਅਰ ਕੋਈ 30 40 50 ਸਾਲ ਬਾਅਦ ਤਾਂ ਅਮੈਂਡਮੈਂਟ ਗਿਣੀ ਜਾਂਦੀ ਹੈ ਵੀ ਉਹ ਟਾਈਮ ਬੜਾ ਲੰਘ ਗਿਆ ਜੀ, ਕੁਛ ਦੁਨੀਆ ਚੇਂਜ ਹੋ ਗਈ ਹੈ। ਤੇ ਪਹਿਲਾਂ ਹੀ ਅਮੈਂਡਮੈਂਟ ਕਿਉਂ? ਕਿਉਂਕਿ ਇਹ ਇਹਨਾਂ ਦੇ ਦਿਲ 'ਚ ਚੋਰ ਹੈ। ਮੋਦੀ ਸਾਹਿਬ ਦੂਜੇ ਦੇ ਮਨ ਦੀ ਬਾਤ ਨਹੀਂ ਸੁਣਦੇ, ਆਪਣੀ ਸੁਣਾਉਂਦੇ ਆ, ਆਪਣੀ ਨਾ ਸੁਣਨ। ਕੱਲ ਜਿਹੜੀ ਮੀਟਿੰਗ ਹੋਈ ਸੀ ਜਥੇਬੰਦੀਆਂ ਦੀ ਤਾਂ ਉਸ ਵਿੱਚ ਕਿਹਾ ਗਿਆ ਸੀ 2 ਸਾਲ ਦੀ ਸਟੇ ਲਾ ਦਿੰਦੇ ਆ ਵੀ ਉਸ ਨੂੰ ਰੋਕ ਦਿੰਦੇ ਆ ਉੱਥੇ, ਜਿਹੜੇ 2 ਸਾਲ ਤੋਂ ਬਾਅਦ ਗੱਲ ਕਰ ਲਵਾਂਗੇ ਇਸ ਕਾਨੂੰਨਾਂ ਦੇ ਬਾਰੇ। ਇਹ ਸ਼ੁਰੂਆਤ ਹੋ ਗਈ ਹੈ, ਇੱਥੋਂ ਇਹ ਏਕਤਾ ਦੀ ਜਿੱਤ ਹੈ, ਇਹ ਕਿਸਾਨਾਂ ਦੀ ਜਿੱਤ ਹੈ। ਸ਼ੁਰੂਆਤ ਹੋ ਗਈ ਹੈ, ਪੂਰਾ ਬਿੱਲ ਰੱਦ ਕਰਨਾ ਪੈਣਾ। ਇਹ ਤਾਂ ਹੀ ਕੰਮ ਹੋ ਲੈਣਾ। ਹੁਣ ਸਰਕਾਰ ਘਬਰਾਈ ਪਈ ਹੈ। ਘਬਰਾਈ ਕਿਉਂ? ਝੂਠ ਹਮੇਸ਼ਾ ਘਬਰਾਉਂਦਾ ਹੁੰਦਾ ਤੇ ਝੂਠ ਹੁਣ ਭੱਜ ਰਿਹਾ। ਬਹੁਤ ਧੰਨਵਾਦ। ਸੋ ਯੂਥ ਅਕਾਲੀ ਦਲ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਆਪਣਾ ਮੰਗ ਪੱਤਰ ਵੀ ਜਿਹੜਾ ਦਿੱਤਾ ਜਾਊਗਾ। ਸੋ ਇਹ ਲਗਾਤਾਰ ਜਿਹੜੇ ਹੈ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਭਰ ਦੇ ਵਿੱਚ ਜਿਹੜਾ ਆ ਇਹਨਾਂ ਕਾਨੂੰਨਾਂ ਨੂੰ ਲੈ ਕੇ ਔਰ NIA ਦੇ ਨੋਟਿਸ ਨੂੰ ਲੈ ਕੇ ਜਿਹੜਾ ਹੈ ਵਿਰੋਧ ਕੀਤਾ ਜਾ ਰਿਹਾ ਹੈ ਔਰ ਜਿਹੜੇ NIA ਦੇ ਨੋਟਿਸ ਪਹੁੰਚ ਰਹੇ ਨੇ ਉਸ ਦੇ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਔਰ ਮੰਗ ਕੀਤੀ ਜਾ ਰਹੀ ਹੈ ਕਿ NIA ਦੇ ਜੋ ਨੋਟਿਸ ਨੇ ਨੈਸ਼ਨਲ ਇੰਟੈਲੀਜੈਂਸ ਏਜੰਸੀ ਦੇ ਵੱਲੋਂ ਜੋ ਨੋਟਿਸ ਭੇਜੇ ਗਏ ਨੇ ਪੰਜਾਬ ਦੇ ਵਿੱਚ ਉਹਨਾਂ ਨੋਟਿਸ ਨੂੰ ਵਾਪਸ ਲਿਆ ਜਾਵੇ। ਸੋ ਦੇਖ ਸਕਦੇ ਹੋ ਵਿਰੋਧ ਲਗਾਤਾਰ ਕੀਤਾ ਜਾ ਰਿਹਾ ਔਰ ਇਸ ਵਿਰੋਧ ਦੇ ਵਿੱਚ ਯੂਥ ਅਕਾਲੀ ਦਲ ਦੇ ਮੈਂਬਰਸ ਜਿਹੜੇ ਜੁੜੇ ਹੋਏ ਨੇ। ਲੁਧਿਆਣੇ ਦੇ DC ਆਫਿਸ ਤੋਂ ਬਾਹਰ ਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ। ਸੋ ਇਹ ਤਸਵੀਰਾਂ ਤੁਹਾਨੂੰ ਲੁਧਿਆਣੇ DC ਆਫਿਸ ਤੋਂ ਬਾਹਰ ਦੀ ਦਿਖਾ ਰਹੇ ਹਾਂ ਜਿੱਥੇ ਯੂਥ ਅਕਾਲੀ ਦਲ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਇਸ ਪ੍ਰਦਰਸ਼ਨ ਨੂੰ ਤਾਂ ਤੁਹਾਨੂੰ ਮੋਟੀ ਦੱਸ ਦਿੰਦੇ ਆ ਕਿ NIA ਦੇ ਵੱਲੋਂ ਨੋਟਿਸ ਭੇਜੇ ਜਾ ਰਹੇ ਨੇ ਪੰਜਾਬ ਭਰ ਦੇ ਵਿੱਚ। ਬਹੁਤ ਸਾਰੇ ਲੋਕਾਂ ਨੂੰ ਜਿਹੜੇ ਨੋਟਿਸ ਪਹੁੰਚੇ ਨੇ ਔਰ ਇਨਵੈਸਟੀਗੇਸ਼ਨ ਦੇ ਲਈ ਬੁਲਾਇਆ ਗਿਆ ਹੈ ਔਰ ਇਨਵੈਸਟੀਗੇਸ਼ਨ ਦੇ ਲਈ 150 ਤੋਂ ਵੱਧ ਲੋਕਾਂ ਨੂੰ ਬੁਲਾਇਆ ਜਾ ਚੁੱਕਾ ਹੈ ਹੁਣ ਤੱਕ। ਕਿਸੇ ਦੀ 17 ਤਰੀਕ ਪਾਈ ਗਈ ਸੀ, ਕਿਸੇ ਦੀ 18, ਕਿਸੇ ਦੀ 20। ਸੋ ਇਹ ਡੇਟਸ ਨੂੰ ਜਿਹੜਾ ਹੈ ਇਨਵੈਸਟੀਗੇਸ਼ਨ ਕਰਨ ਦੇ ਲਈ ਲੋਕਾਂ ਨੂੰ ਬੁਲਾਇਆ ਗਿਆ ਸੀ ਔਰ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਨੂੰ ਵੀ ਜਿਹੜਾ ਸ਼ਾਮਲ ਕੀਤਾ ਗਿਆ ਸੀਗਾ ਪਹਿਲਾਂ। ਸੋ ਭਾਜੀ ਜਿਹੜੇ ਲਗਾਤਾਰ NIA ਦੇ ਵੱਲੋਂ ਨੋਟਿਸ ਭੇਜੇ ਜਾ ਰਹੇ ਨੇ, ਅੱਜ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨ ਤਾਂ ਹੋ ਰਿਹਾ ਲੇਕਿਨ ਜਿਹੜੀ ਗੱਲ NIA ਦੇ ਕੰਨ ਦੇ ਵਿੱਚ ਨਹੀਂ ਪੈ ਰਹੀ ਗੱਲ। ਦੇਖੋ ਜੀ, ਜਿਹੜੀ ਇਹਦੇ ਕੰਨ 'ਚ ਨਹੀਂ ਪੈ ਰਹੀ, ਕੰਨ 'ਚ ਤਾਂ ਅਸੀਂ ਮਿੰਟ 'ਚ ਪੈਣ ਲਾ ਦਾਂਗੇ। ਅਸੀਂ ਪੀਸਫੁਲ ਪ੍ਰੋਟੈਸਟ ਕਰ ਰਹੇ ਹਾਂ, ਪੀਸਫੁਲ ਰਹਿਣ ਦਿਓ। ਅਸੀਂ ਬਾਰ-ਬਾਰ ਇਹ ਗੱਲ ਕਹਿ ਰਹੇ ਹਾਂ, ਘਟੀਆ ਪੱਧਰ ਦੀ ਰਾਜਨੀਤੀ ਨਾ ਅਖਤਿਆਰ ਕਰੋ। BJP ਇੱਕ ਪਾਸੇ ਤਾਂ ਇਹ ਗੱਲ ਕਹਿ ਰਹੀ ਹੈ ਵੀ ਇਸ ਬਾਤ का जरिया बातचीत से हल होगा। ਇੱਕ ਪਾਸੇ ਬਾਤਚੀਤ, ਇੱਕ ਪਾਸੇ ਸਮਨਿੰਗ, ਇੱਕ ਪਾਸੇ ਸਾਡੇ ਕਿਸਾਨੀ ਘੋਲ ਨੂੰ ਕਮਜ਼ੋਰ ਕਰਨ ਵਾਸਤੇ ਬਾਰ-ਬਾਰ ਗਲਤ ਰੁਖ ਅਖਤਿਆਰ ਕੀਤੇ ਜਾ ਰਿਹਾ। ਕਦੇ ਕੋਈ ਏਜੰਸੀਆਂ ਦੇ ਬੰਦੇ ਵਿੱਚ ਵੜ ਜਾ ਰਿਹਾ, ਕਦੇ ਕੁਛ ਕੀਤਾ ਜਾ ਰਿਹਾ। ਇਸ ਕਰਕੇ ਇਹੀ ਚੀਜ਼ ਅਸੀਂ ਦੋਹਰਾ ਜਿਹੜਾ ਚਿਹਰਾ ਵਾ ਉਹ ਨੰਗਾ ਕਰਨ ਵਾਸਤੇ ਆਏ ਹਾਂ। ਇੱਕ ਪਾਸੇ ਗੱਲਾਂ ਕਰ ਰਿਹਾ ਤੇ ਇੱਕ ਪਾਸੇ ਸਾਨੂੰ ਸਮਨਿੰਗ ਕਰ ਰਿਹਾ। ਤੁਸੀਂ ਟਾਈਮਿੰਗ ਦੇਖੋ, ਜਦੋਂ ਅੱਜ ਅਸੀਂ ਲੜਾਈ ਲੜ ਰਹੇ ਹਾਂ, ਖਾਲਸਾ ਏਡ 20 ਸਾਲ ਤੋਂ ਕੰਮ ਕਰ ਰਹੀਆਂ ਸੰਸਥਾਵਾਂ, 6-6 ਸਾਲ ਤੋਂ 10-10 ਸਾਲ ਤੋਂ ਕੰਮ ਕਰ ਰਹੀਆਂ। ਅੱਜ ਉਹਨਾਂ ਨੇ ਇਹੋ ਜਿਹਾ ਕੀ ਕਰਤਾ ਵੀ ਅੱਜ ਸਮਨਿੰਗ ਕਰ ਰਹੇ ਤਾਂ ਸਾਫ਼ ਤੇ ਸਪਸ਼ਟ ਆ ਵੀ ਕਿਸਾਨੀ ਘੋਲ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ। ਪਰ ਅਸੀਂ ਨਾ ਦਬਣਾ ਨਾ ਡਰਨਾ। ਇਹ ਲੜਾਈ ਸਾਡੀ ਬਹੁਤ ਵੱਡੀ ਜ਼ਮੀਰ ਦੀ ਲੜਾਈ ਹੈ। ਜ਼ਮੀਨਾਂ ਤੋਂ ਉੱਠ ਕੇ ਜ਼ਮੀਰ ਦੀ ਲੜਾਈ
ਆ ਗਈ ਆ। ਨਾ ਸਾਡਾ ਨਿਸ਼ਾਨਾ 22 ਆ, ਨਾ ਸਾਡਾ ਨਿਸ਼ਾਨਾ 24 ਆ। ਸਾਡਾ ਨਿਸ਼ਾਨਾ ਸਿਰਫ ਤੇ ਸਿਰਫ ਕਿਸਾਨੀ ਘੋਲ ਜਿੱਤਣਾ, ਤੇ ਅਸੀਂ ਜਿੱਤ ਕੇ ਮੁੜਾਂਗੇ। 26 ਤਰੀਕ ਨੂੰ ਜਿਹੜੀ ਟਰੈਕਟਰ ਰੈਲੀ ਹੋ ਰਹੀ ਆ, ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਰਾ ਕੁਝ ਛੱਡ ਕੇ ਕਿਸਾਨੀ ਝੰਡਾ ਲੈ ਕੇ ਅਸੀਂ ਉਹਦੇ ਵਿੱਚ ਸ਼ਾਮਲ ਹੋਵਾਂਗੇ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਲਾਮਿਸਾਲ ਇਕੱਠ ਹੋਏਗਾ। ਦੁਨੀਆ ਦਾ ਇਤਿਹਾਸ ਦੇ ਵਿੱਚ ਲਿਖਿਆ ਜਾਣਾ ਸਭ ਤੋਂ ਵੱਡਾ ਇਕੱਠ ਹੋਏਗਾ। ਅਸੀਂ ਇਹ ਲੜਾਈ ਜਿੱਤ ਕੇ ਮੁੜਾਂਗੇ। ਜੀ ਅਖੀਰਲਾ ਸਵਾਲ, ਪਹਿਲਾਂ ਅਮੈਂਡਮੈਂਟ ਤੇ ਆਈ ਬੀਜੇਪੀ ਸਰਕਾਰ, ਫਿਰ ਉਸ ਤੋਂ ਬਾਅਦ 2 ਸਾਲ ਦੀ ਸਟੇ ਦੀ ਗੱਲ ਕਰਨ ਲੱਗੀ। ਕੱਲ ਜਿਹੜੀ ਮੀਟਿੰਗ ਹੋਈ ਸੀਗੀ ਉਸ ਤੋਂ ਬਾਅਦ ਹੁਣ ਗੱਲ ਕੀਤੀ ਜਾਵੇ ਤਾਂ ਬੀਜੇਪੀ ਸਰਕਾਰ ਕਹਿੰਦੀ ਨਾਲ ਦੀ ਨਾਲ ਗਰਾਉਂਦੀ ਵੀ ਫਾਇਦੇ ਬਹੁਤ ਨੇ, ਹਲੇ ਵੀ ਫਿਲਹਾਲ ਇਹੀ ਕਹਿੰਦੇ ਪਏ। ਮੈਂ ਤੁਹਾਨੂੰ ਇਹੀ ਤਾਂ ਗੱਲ ਕਹਿ ਰਿਹਾ, ਜਿੱਦਣ ਬਣਾਇਆ ਸੀ ਉਦੋਂ ਵੀ ਕਹਿੰਦੇ ਸੀ ਫਾਇਦੇ ਸੀਗੇ। ਜੇ ਫਾਇਦੇ ਸੀ ਫਿਰ ਅਮੈਂਡਮੈਂਟ ਕਾਹਦੀ? ਜਦ ਅਮੈਂਡਮੈਂਟ ਨੂੰ ਮੰਨ ਰਿਹਾ ਇਹਦਾ ਮਤਲਬ ਨੁਕਸਾਨ ਹੈਗਾ, ਗਲਤ ਹੋ ਗਿਆ ਨਾ ਜੀ। ਫਿਰ ਜਦੋਂ ਅਮੈਂਡਮੈਂਟ ਨੂੰ ਮੰਨ ਗਏ ਅਸੀਂ ਉਹ ਗੱਲ ਕਹਿ ਰਹੇ ਹੋ ਤਾਂ ਐ ਅੜੀਅਲ ਰਵੱਈਆ ਅਖਤਿਆਰ ਕਰ ਰਿਹਾ ਜਿਵੇਂ ਇੱਕ ਬੱਚੇ ਦੀ ਜਿੱਦ ਹੁੰਦੀ ਆ। ਮੋਦੀ ਸਾਹਿਬ ਇੱਕ ਬੱਚੇ ਦੀ ਜਿੱਦ ਕਰ ਰਹੇ ਆ ਵੀ ਮੈਂ ਨਹੀਂ ਕੈਂਸਲ ਕਰਨੇ, ਮੈਂ ਨਹੀਂ ਕੈਂਸਲ ਕਰਨੇ। ਅਸੀਂ ਉਹਨਾਂ ਨੂੰ ਵੋਟਾਂ ਪਾ ਕੇ ਬਣਾਇਆ, ਰਾਜੇ ਦੇ ਸਾਹਮਣੇ ਪ੍ਰਜਾ ਬੜੀ ਵੱਡੀ ਗੱਲ ਹੁੰਦੀ ਹੈ, ਉਹਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਆ। ਮੈਂ ਕਹਿੰਦਾ ਵੀ ਇਹ ਅੜੀਅਲ ਰਵੱਈਆ ਉਹਨਾਂ ਨੂੰ ਛੱਡ ਕੇ, ਕਿਉਂਕਿ ਇਹਦਾ ਨੁਕਸਾਨ ਹੋ ਸਕਦਾ ਬਹੁਤ ਵੱਡਾ, ਕਿਉਂਕਿ ਜਿਸ ਹਿਸਾਬ ਨਾਲ ਇਹ ਅੰਦੋਲਨ ਚੱਲ ਰਿਹਾ, ਜਦੋਂ ਐਡਾ ਵੱਡਾ ਅੰਦੋਲਨ ਸਾਹਮਣਾ ਬਹੁਤ ਔਖਾ ਹੁੰਦਾ। ਉਹਨਾਂ ਨੂੰ ਬੇਨਤੀ ਆ, ਚੇਤਾਵਨੀ ਵੀ ਆ ਵੀ ਹੁਣ ਵੀ ਸਾਡੀ ਮੰਗ ਮੰਨ ਕੇ ਅਸੀਂ ਵੀ ਖੁਸ਼ੀ-ਖੁਸ਼ੀ ਆਪਦੇ ਘਰ ਆਈਏ। 100-125 ਬੰਦੇ ਸ਼ਹੀਦ ਹੋ ਚੁੱਕੇ, ਅਸੀਂ ਹੋਰ ਸ਼ਹਾਦਤਾਂ ਨਹੀਂ ਦੇਣਾ ਚਾਹੁੰਦੇ। ਜਿਨ੍ਹਾਂ ਦਾ ਪੁੱਤ ਘਰੋਂ ਜਾਂਦਾ, ਜਿਨ੍ਹਾਂ ਦਾ ਪਿਓ ਘਰੋਂ ਜਾਂਦਾ, ਉਹਨਾਂ ਨੂੰ ਪਤਾ ਉਹਨਾਂ ਦੁੱਖ ਕੀ ਹੁੰਦਾ ਵਾ। ਰਾਜਨੀਤੀ ਹੁੰਦੀ ਰਹੂਗੀ, ਇਸ ਲਈ ਉਹਨਾਂ ਨੂੰ ਅਖੀਰ ਚੇਤਾਵਨੀ ਆ ਵੀ ਹੁਣ ਵੀ ਮੰਨ ਜਾਓ ਤੇ ਵਾਪਸ ਆ ਜਾਓ। ਕਿ ਅਸੀਂ ਆ ਰਹੇ ਹਾਂ, ਅੱਗੇ ਵੀ ਅਸੀਂ ਆਏ ਸੀਗੇ ਪੌੜੀਆਂ 'ਚ ਮੰਗ ਪੱਤਰ ਰੀਪ੍ਰੈਜ਼ੈਂਟ ਨਹੀਂ, ਇੱਕ ਰੀਪ੍ਰੈਜ਼ੈਂਟ ਨਹੀਂ ਇਹਨਾਂ ਕੋਲ ਨਿਕਲਿਆ, ਹੱਲੇ ਵੀ ਕਰ ਰਹੇ ਆ। ਓਕੇ ਪੰਜਾਬ ਸਰਕਾਰ। ਸੋ ਯੂਥ ਅਕਾਲੀ ਦਲ ਜਿਹੜਾ ਮੰਗ ਪੱਤਰ ਦੇਣ ਦੇ ਲਈ ਡੀਸੀ ਆਫਿਸ ਪਹੁੰਚੇ ਸੀਗੇ ਤੇ ਹੁਣ ਡੀਸੀ ਆਫਿਸ ਦੇ ਵੱਲੋਂ ਗੇਟ ਲਗਾ ਲਿਆ ਗਿਆ ਹੈ ਤੇ ਗੇਟ ਲਗਾ ਕੇ ਜਿਹੜਾ ਆ ਵਾਪਸ ਭੇਜ ਦਿੱਤਾ। ਸੋ ਮੰਗ ਪੱਤਰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲੇਕਿਨ ਡੀਸੀ ਆਫਿਸ ਦਾ ਜਿਹੜਾ ਡੋਰ ਬੰਦ ਕਰ ਦਿੱਤਾ ਗਿਆ ਹੈ ਧੱਕੇ ਦੇ ਨਾਲ। ਔਰ ਗੁਰਦੀਪ ਸਿੰਘ ਗੋਸ਼ਾ ਤੇ ਉਹਨਾਂ ਦੇ ਸਾਥੀ ਜਿਹੜੇ ਨੇ ਇੱਥੇ ਖੜੇ ਹੋਏ ਨੇ। ਸੋ ਮੰਗ ਪੱਤਰ ਦੇਣ ਦੇ ਲਈ ਪਹੁੰਚੇ ਸੀਗੇ ਯੂਥ ਅਕਾਲੀ ਦਲ, ਲੇਕਿਨ ਮੰਗ ਪੱਤਰ ਜਿਹੜਾ ਨਹੀਂ ਲਿਆ ਗਿਆ ਹਲੇ ਫਿਲਹਾਲ। ਔਰ ਦੇਖ ਸਕਦੇ ਡੋਰ ਜਿਹੜਾ ਬੰਦ ਕੀਤਾ ਹੋਇਆ, ਡੋਰ ਬੰਦ ਕਰ ਦਿੱਤਾ ਗਿਆ ਹੈ। ਮੰਗ ਪੱਤਰ ਦੇਣ ਦੇ ਲਈ ਯੂਥ ਅਕਾਲੀ ਦਲ ਇੱਥੇ ਪਹੁੰਚੇ ਸੀਗੇ, ਲੇਕਿਨ ਡੋਰ ਬੰਦ ਕਰ ਦਿੱਤਾ ਗਿਆ ਤੇ ਹੁਣ ਯੂਥ ਅਕਾਲੀ ਦਲ ਵਾਪਸ ਜਿਹੜੇ ਹੈ ਜਿੱਥੇ ਪਹਿਲਾਂ ਧਰਨਾ ਲਗਾਇਆ ਗਿਆ ਸੀ ਉਹਨਾਂ ਵੱਲੋਂ ਪੌੜੀਆਂ ਦੇ ਵਿਚਕਾਰ, ਤਾਂ ਉੱਥੇ ਦੁਬਾਰਾ ਤੋਂ ਲਗਾਇਆ ਜਾਊਗਾ। ਬਹੁਤ ਧੰਨਵਾਦ। ਸੋ ਯੂਥ ਅਕਾਲੀ ਦਲ ਦੇ ਵੱਲੋਂ ਅੱਜ ਪ੍ਰੋਟੈਸਟ ਕੀਤਾ ਗਿਆ ਡੀਸੀ ਆਫਿਸ ਦੇ ਬਾਹਰ ਔਰ ਮੰਗ ਪੱਤਰ ਦਿੱਤਾ ਗਿਆ ਹੈ ਔਰ ਮੰਗ ਕੀਤੀ ਜਾ ਰਹੀ ਕਿ ਐਨਆਈਏ ਦੇ ਵੱਲੋਂ ਜੋ ਨੋਟਿਸ ਭੇਜੇ ਗਏ ਨੇ ਉਹਨਾਂ ਨੋਟਿਸ ਨੂੰ ਵਾਪਸ ਲਿਆ ਜਾਵੇ ਔਰ ਜਿਹੜੇ ਕਾਲੇ ਕਾਨੂੰਨ ਨੇ ਉਹਨਾਂ ਨੂੰ ਵੀ ਰੱਦ ਕਰ ਦਿੱਤਾ ਜਾਵੇ। ਸੋ ਵਧੇਰੇ ਅਪਡੇਟ ਸੀ ਜੁੜੇ ਰਹੋ ਲੁਧਿਆਣਾ ਟਾਈਮਸ ਨਾਲ। ਕੈਮਰਾਮੈਨ ਤੋਂ ਤੁਹਾਡੇ ਨਾਲ ਗੁਰਦੀਪ ਸਿੰਘ ਲੰਮੇ, ਲੁਧਿਆਣਾ ਟਾਈਮਸ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।